ਸ੍ਰੀ ਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਬੈਰਾਗਣੋ ਮਹਲਾ ਚੌਥਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨਸ ਜਾਏ, ਹਰਿ ਪਰਮ ਪਦ ਲਹੀਐ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨਸ ਜਾਏ, ਹਰਿ ਪਰਮ ਪਦ ਲਹੀਐ। ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ, ਹਉ ਖਿਨ ਖਿਨ ਕਰੀ ਨਮਸਕਾਰ। ਮੇਰਾ ਗੁਰ ਪੂਰਾ ਕਿਉ ਮਿਲੈ, ਕਰ ਕਿਰਪਾ ਹਰਿ ਮਿਲਿਓ। ਮੇਰਾ ਸਤਿਗੁਰ ਪੂਰਾ, ਇਸ਼ ਪੁਨੀ ਜਨ ਕੇਰੀਓ। ਲੈ ਸਤਿਗੁਰ ਤੂਰੋ, ਹਰਿ ਭਗਤ ਰੜਾਵੈ, ਹਰਿ ਭਗਤ ਸੁਣੈ। ਤਿਸ ਸਤਿਗੁਰ ਮਿਲੀਐ, ਟੋਟਾ ਮੂਲ ਨਾ ਆਵਈ। ਹਰਿ ਲਾਭ ਨਿਤ ਦ੍ਰਿੜੀਐ, ਜੈਸ ਕੋ ਹਿਰਦੈ ਵਿਗਾਸ ਹੈ। ਭਾਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲ ਉਧਰੈ। ਹਰਿ ਗੁਣ ਗਾਵਾਈ, ਜੈਸ ਕੋ ਹਿਰਦੈ ਵਿਗਾਸ ਹੈ। ਭਾਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲ ਉਧਰੈ। ਹਰਿ ਗੁਣ ਗਾਵਾਈ। ਸ੍ਰੀ ਗੁਰੂ ਜੀ। ਕਰਮ ਖੰਡ ਕੀ ਬਾਣੀ ਜੋਤ, ਤਿਥੈ ਹੋਰ ਨਾ ਕੋਈ ਓਰ।
ਜਗਤ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨੀ ਉਪਦੇਸ਼ ਬਖਸ਼ਦੇ ਨੇ। ਐਸਾ ਜੋ ਸਰਮ ਖੰਡ ਵਾਲਾ ਜਿਹਦੀ ਸਭ ਘਾੜਤ ਸ਼ੁੱਧ ਘੜੀ ਗਈ, ਸੋ ਕਰਮ ਖੰਡ ਨੂੰ ਪਹੁੰਚ ਜਾਂਦਾ ਹੈ। ਭਾਵ ਇਹ ਕਿ ਉਹ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਸਰਮ ਖੰਡ ਵਾਲਾ ਉਸ ਪਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ। ਜੋ ਸਤਿਗੁਰੂ ਪਾਤਸ਼ਾਹ ਜੋ ਸਿੱਧਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਪਾਸਨਾ ਕਾਂਡ ਦੀ ਰੀਤੀ ਬਿਆਨ ਕਰੋ। ਪਾਤਸ਼ਾਹ ਫਰਮਾ ਰਹੇ ਨੇ, ਕਰਮ ਖੰਡ ਦੀ ਬਾਣੀ, ਕਰਮ ਖੰਡ ਕੀ ਬਾਣੀ ਜੋਰ ਤਿੱਥੈ ਖੋਰ ਨਾ ਕੋਈ ਹੋਰ। ਜਿਨ੍ਹਾਂ ਉਪਾਸਕਾਂ ਪਰ ਕਿਰਪਾ ਹੋ ਗਈ, ਜਿਨ੍ਹਾਂ ਜਨਾਂ ਤੇ ਗੁਰਮੁਖਾਂ ਤੇ ਬਖਸ਼ਿਸ਼ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋ ਗਈ। ਤਿੰਨ ਸਮੂਹਾਂ ਦੀ ਬਾਣੀ ਬਲ ਵਾਲੀ ਹੋ ਜਾਂਦੀ ਹੈ। ਬਾਣੀ ਵਿੱਚ ਬਲ ਆ ਜਾਂਦਾ ਹੈ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਉਸ ਜਨ ਦਾ ਬੋਲਿਆ ਬਚਨ ਵਿਅਰਥ ਨਹੀਂ ਜਾਂਦਾ। ਉਹ ਤਿੰਨ ਕਾਲ ਸਤ ਹੈ, ਕਿਉਂਕਿ ਬਾਣੀ ਵਿੱਚ ਬਲ ਆ ਗਿਆ, ਜੋਰ ਆ ਗਿਆ। ਜੋ ਕੁਝ ਵਰ ਸਰਾਪ ਉਹ ਕਰੇ ਉਹ ਨਿਸਫਲ ਨਹੀਂ ਜਾਂਦਾ। ਉਹ ਵਸ਼ ਹੁੰਦਾ ਹੈ ਭਾਵੇਂ ਕਿਸੇ ਸਮੇਂ ਨਾਲ ਹੋਵੇਗਾ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਅਟਲ ਬਚਨ ਰੱਬ ਦੇ ਜਨਾਂ ਦਾ, ਉਹ ਨਿਸਫਲ ਨਹੀਂ ਜਾਂਦਾ। ਮੈਂ ਅਜਾਮਲ ਨੂੰ ਸਾਧੂ ਮਹਾਤਮਾ ਨੇ ਹੀ ਬਚਨ ਕੀਤੇ ਸੀ ਕਿ ਸਤਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ ਲਈ ਤਰ ਜਾਵੇਗਾ। ਤਰ ਗਿਆ ਅਜਾਮਲ ਵਿਸ਼ਵਾਗਾਮੀ, ਇੱਕ ਬਚਨ ਮੰਨ ਲਿਆ ਮਹਾਤਮਾ ਦਾ। ਐਸਾ ਬਲ ਉਸ ਬਚਨ ਦੇ ਵਿੱਚ। ਜਮਦੂਤ ਲੈਣ ਆਏ, ਰਾਤ ਦਾ ਆਖਿਆ, ਹੀ ਨਾਰਾਇਣ ਪੁੱਤਰ ਮੈਨੂੰ ਬਚਾ। ਪੁੱਤਰ ਹਿਤ ਨਾਰਾਇਣ ਕਹੇ। ਕੈਸੀਆਂ ਬਖਸ਼ਿਸ਼ਾਂ ਨੇ ਉਸ ਵਾਹਿਗੁਰੂ ਦੀਆਂ, ਨਾਰਾਇਣ ਦੀਆਂ। ਦੇਵਗਣ ਆਏ ਵਿਵਾਨ ਲੈ ਕੇ, ਅਜਾਮਲ ਵਿਵਾਨ 'ਚ ਬੈਠ ਕੇ ਗਿਆ। ਜਮਦੂਤਾਂ ਨੂੰ ਪਰੇ ਕਰ ਦਿੱਤਾ। ਨਾਰਾਇਣ ਕਹਤੇ ਨਰਕ ਨਾ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ। ਗੁਰੂ ਤੇਗ ਬਹਾਦਰ ਮਹਾਰਾਜ, 9ਵੇਂ ਗੁਰੂ ਨਾਨਕ ਸਤਿਗੁਰੂ ਵੀ ਬਚਨ ਕਹਿੰਦੇ ਨੇ, ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਜਾਂ ਗਤ ਕੋ ਜੋਗੀਸਰ ਵਾਂਸ਼ਤ, ਸੋ ਗਤ ਛਿਨ ਮਹਿ ਪਾਈ। ਉਹ ਛਿਨ ਵਿੱਚ ਪਾ ਲਈ। ਕਿਵੇਂ ਪਾਈ? ਕਿਉਂਕਿ ਬਚਨ ਮਹਾਤਮਾ ਦੇ ਹੋਏ ਸੀ। ਗਣਕਾ ਵੇਸ਼ਵਾਸੀ ਬਚਨ ਹੋਏ, ਤੋਤੇ ਨੂੰ ਰਾਮ ਨਾਮ ਪੜਾਇਆ ਕਰ। ਤੋਤਾ ਬੋਲਦਾ ਹੈ, ਚੋਰੀ ਖਰਾਮਦੀ ਹੈ। ਬੇਸ਼ਵਾ ਗਣਕਾ ਬੈਕੁੰਠ ਨੂੰ ਗਈ, ਨਰਕਾਂ ਵਿੱਚ ਗੋਤਾ ਵੀ ਨਹੀਂ ਖਾਧਾ। ਅਚਾਨਚਕ ਹੀ ਮਹਾਤਮਾ ਆਏ, ਸੇਵਾ ਟਹਿਲ ਨੂੰ ਫਲ ਲੱਗ ਗਿਆ। ਬਚਨ ਮਹਾਤਮਾ ਦੇ ਜਦੋਂ ਚਰਨਾਂ ਤੇ ਲਿਪਟ ਗਈ, ਫਿਰ ਬਖਸ਼ਿਸ਼ਾਂ ਕਰ ਦਿੱਤੀਆਂ। ਬ੍ਰਹਮ ਗਿਆਨੀ ਪਰਿ ਉਪਕਾਰ ਉਮਾਹਾ, ਕਿਉਂਕਿ ਬਾਣੀ ਵਿੱਚ ਜੋਤ, ਬ੍ਰਹਮ ਦੇ ਵਿੱਚ ਰਤੇ ਹੋਏ ਮਹਾਤਮਾ ਤਤ ਵੇਤੇ। ਜੋ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਕਹਿੰਦੇ ਨੇ, ਬਾਣੀ ਦੇ ਵਿੱਚ ਬਲ ਹੋ ਗਿਆ। ਕਰਮ ਖੰਡ ਕੀ ਬਾਣੀ ਜੋਰ, ਭਾਵ ਕਰਮ, ਕੰਮ ਦਾ ਵੀ ਨਾਮ ਕਰਮ ਨਾਮ ਕਿਰਪਾ ਦਾ। ਤੇ ਕਰਮ ਨਾਮ ਕਿਰਪਾ ਦਾ ਹੈ। ਜਿਨ੍ਹਾਂ ਉਪਾਸਕਾਂ ਪਰ ਜੋ ਸਰਮਖੰਡ ਦੇ ਵਾਸੀ ਨੇ, ਉਹਨਾਂ ਦਾ ਵਾਸਾ ਫਿਰ ਕਰਮਖੰਡ ਵਿੱਚ ਹੋ ਗਿਆ, ਭਾਵ ਕਿਰਪਾ ਦੇ ਪਾਤਰ ਬਣ ਗਏ। ਬਾਣੀ ਬਲ ਵਾਲੀ ਹੋ ਗਈ।
ਜੋ ਕੁਝ ਵੀ ਉਹ ਵਰਤੇ ਸਰਾਪ ਕਰਨ, ਮੁਖੋਂ ਬੋਲਣ ਉਹ ਨਿਸਫਲ ਨਹੀਂ ਜਾਵੇਗਾ। ਸਤ ਹੈ ਪਰਮੇਸ਼ਰ ਸਾਥ ਜੋੜਨ ਵਾਲੀ, ਮਿਲਾਵਣੇ ਵਾਲੀ ਉਹਨਾਂ ਦੀ ਬਾਣੀ ਹੈ। ਤਾਹਾਂ ਉਪਾਸਕਾਂ ਵਿੱਚ ਤਿੰਨਾਂ ਦੇ ਬਲ ਨੂੰ ਹੋਰ ਕੋਈ ਹਟਾ ਨਹੀਂ ਸਕਦਾ। ਤਿੰਨਾਂ ਤੇ ਕੋਈ ਵੱਡਾ ਹੀ ਨਹੀਂ, ਪਾਤਸ਼ਾਹ ਫਰਮਾਉਂਦੇ ਨਹੀਂ। ਉਹਨਾਂ ਦੇ ਬਚਨ ਨੂੰ ਕੋਈ ਟਾਲ ਨਹੀਂ ਸਕਦਾ। ਐਸਾ ਬਲ ਉਹਨਾਂ ਦੇ ਬਚਨ ਵਿੱਚ ਹੈ। ਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ ਸੀ ਭਾਈ ਬੁੱਧੂ ਨੂੰ, ਆਵਾ ਕੱਚਾ ਹੀ ਰਵੇਗਾ ਮੇਰੇ ਭਗਤ ਮੇਰੇ ਪਿਆਰੇ ਦੇ ਬੋਲ ਨੇ, ਉਹ ਮੈਂ ਟਾਲ ਨਹੀਂ ਸਕਦਾ। ਪੱਕਿਆਂ ਦੇ ਭਾਵ ਵਿਕ ਜਾਵੇਗਾ, ਰਵੇਗਾ ਕੱਚਾ। ਜਦੋਂ ਬੇਨਤੀਆਂ ਤਰਲੇ ਖਾੜੇ, ਫਿਰ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਭਾਈ ਬੁੱਧੂ ਤੇ। ਕਿਉਂਕਿ ਰੱਬ ਦੇ ਪਿਆਰੇ ਜਨ ਜੋ ਕਿਰਪਾ ਦੇ ਪਾਤਰ, ਜੋ ਕਰਮ ਖੰਡ ਦੇ ਵਾਸੀ ਹੋ ਗਏ, ਸ਼ਰਮ ਖੰਡ ਤੋਂ ਕਰਮ ਖੰਡ, ਕਿਰਪਾ ਦੇ ਪਾਤਰ। ਬਾਣੀ ਵਿੱਚ ਬਲ ਜੋ ਕਹਿ ਦਿੱਤਾ ਉਹ ਸਤ ਹੀ ਹੈ। ਤਿਥੈ ਜੋਧ ਮਹਾਬਲ ਸੂਰ, ਪਾਤਸ਼ਾਹ ਫਰਮਾਉਂਦੇ ਨੇ ਤਿੰਨ ਉਪਾਸਕਾਂ ਵਿੱਚ ਰਹਿਣ ਹਾਰੇ ਜੋਧੇ ਸਰੀਰ ਨੂੰ ਜਿੱਤਣ ਵਾਲੇ ਰਥੀ ਨੇ। ਬਾਣੀ ਆਦਿ ਇੰਦਰੀਆਂ ਨੂੰ ਜਿੱਤਣੇ ਵਾਲੇ ਮਹਾਰਥੀ, ਮਨ ਦੇ ਜਿੱਤਣ ਵਾਲੇ ਅਤ ਰਥੀ ਨੇ। ਅਨੇਕਾਂ ਅਸੰਖਾਂ ਨਾਲ ਅਕੇਲੇ ਲੜਦੇ ਨੇ ਅਤ ਰਥੀ। ਤਿਥੈ ਜੋਧ ਮਹਾਬਲ ਸੂਰ, ਇਤਨਾ ਬਲ ਉਹਨਾਂ ਵਿੱਚ, ਇਤਨੀਆਂ ਬਖਸ਼ਿਸ਼ਾਂ। ਤਿੰਨ ਮਹਿ ਰਾਮ ਰਹਿਆ ਭਰਪੂਰ, ਪਾਤਸ਼ਾਹ ਫਰਮਾਉਂਦੇ ਨੇ ਤਿੰਨਾਂ ਉਪਾਸਕਾਂ ਵਿੱਚ, ਉਹਨਾਂ ਜਨਾਂ ਵਿੱਚ ਜੋ ਮੰਨਣ ਵਾਲੇ, ਗੁਰੂ ਨੂੰ ਮੁੱਖ ਰੱਖਣ ਵਾਲੇ, ਗੁਰਮਤੀਏ ਗੁਰ ਸ਼ਬਦੀ, ਰਾਮ ਮੇਰਾ ਵਾਹਿਗੁਰੂ ਭਰਪੂਰ ਹੋ ਰਿਹਾ ਹੈ। ਜਹਾਂ ਜਹਾਂ ਮਨ ਜਾਂਦਾ ਹੈ, ਤਾਹਾਂ ਤਾਹਾਂ ਰਮਣਸ਼ੀਲ ਵਾਹਿਗੁਰੂ ਨੂੰ ਦੇਖਦੇ ਨੇ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੋ ਨਾ ਜਾਏ। ਹਾਜ਼ਰਾ ਹਜੂਰ ਦੇਖਦੇ ਨਹੀਂ ਉਸ ਪ੍ਰਭੂ ਪਰਮਾਤਮਾ ਨੂੰ, ਰੱਬ ਦੇ ਜਨ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਪਾਤਸ਼ਾਹ ਅੱਗੇ ਬੇਨਤੀ ਕੀਤੀ, ਸਿੱਧ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਜਿੱਥੇ ਰਾਮ ਹੈ ਉੱਥੇ ਸੀਤਾ ਵੀ ਚਾਹੀਦੀ ਹੈ। ਫਿਰ ਪਾਤਸ਼ਾਹ ਨੇ ਪਾਵਨ ਬਚਨ ਹੀ ਉਚਾਰੇ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹਿਣ ਲੱਗੇ, ਪਾਤਸ਼ਾਹ ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਪਾਵਨ ਬਚਨ ਕੀਤੇ। ਜਦੋਂ ਸਿੱਧਾਂ ਨੇ ਸਵਾਲ ਕਰ ਦਿੱਤਾ, ਪਾਤਸ਼ਾਹ ਜਿੱਥੇ ਰਾਮ ਹੈ ਉੱਥੇ ਸੀਤਾ ਵੀ ਚਾਹੀਦੀ ਹੈ। ਤੇ ਸਤਿਗੁਰੂ ਕਹਿਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ, ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਗੇ। ਸੋ ਨਿਰਗੁਣ ਰਾਮ ਦੇ ਸਾਥ ਮਹਿਮਾ ਰੂਪ ਸੀਤਾ, ਚੰਦ ਸਮ ਪ੍ਰਕਾਸ਼ ਰੂਪ ਸੀਤਲ ਕਰਨੇ ਹਾਰੀ ਵੀ ਹੈ। ਤਿੰਨ ਉਪਾਸਕਾਂ ਵਿੱਚ ਜੋ ਭਗਵੰਤ ਦੀ ਮਹਿਮਾ ਹੈ, ਵਡਿਆਈ ਹੈ ਉਹਨਾਂ ਉਪਾਸਕਾਂ ਦੇ ਵਿੱਚ, ਸੋਭਾ ਸੋ ਸੀਤਾ ਹੈ। ਪਾਤਸ਼ਾਹ ਕਹਿਣ ਲੱਗੇ, ਜੋ ਮਹਿਮਾ ਵੇਖੇ ਵਿਰਤੀ ਨੂੰ ਸੀਤਾ ਹੈ। ਬਿਰਤੀ ਲੱਗ ਗਈ ਸੀਤਾ, ਜਿਵੇਂ ਕੱਪੜਾ ਸੀਤਾ ਸੀਤਾ। ਜੋ ਮਹਿਮਾ ਕਾਰ ਬਿਰਤੀ ਕਰੀ ਹੈ, ਮਹਿਮਾ ਕਾ ਇਹੀ ਤਾਹਾਂ ਉਪਾਸਕਾਂ ਵਿੱਚ ਸੀਤਾ ਹੈ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਨਾ ਓਹੇ ਮਰੇ ਨਾ ਠਾਗੇ ਜਾਗੇ, ਜਿਨ ਕੈ ਰਾਮ ਵਸੈ ਮਨ ਮਾਏ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ
ਪਾਵਨ ਉਪਦੇਸ਼ ਦਿੰਦੇ ਨੇ ਭਾਈ ਸਤ ਸੰਗੀ ਜਨੋ, ਨਾ ਉਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਉਹ ਅਪਾਸ਼ਕ ਭਗਤ ਰੱਬ ਦੇ ਪਿਆਰੇ, ਰੱਬ ਦੇ ਜਨ, ਜਿਨ੍ਹਾਂ ਨੇ ਅਰਾਧਿਆ ਪ੍ਰਭੂ ਨੂੰ, ਜਿਨ੍ਹਾਂ ਦੀ ਬਣ ਆਈ ਮੇਰੇ ਵਾਹਿਗੁਰੂ ਨਾਮ, ਜਿਨ੍ਹਾਂ ਦੇ ਮਨ ਵਿੱਚ ਮੇਰਾ ਰਾਮ ਮੇਰਾ ਵਾਹਿਗੁਰੂ ਵਸਦਾ ਹੈ। ਨਾ ਮਿਲਤੂ ਹੁੰਦੇ ਨੇ, ਨਾ ਮਾਇਆ ਠੱਗਣੀ ਕਰਕੇ ਠੱਗੇ ਜਾਂਦੇ ਨੇ। ਇਹ ਮਾਇਆ ਵੀ ਉਹਨਾਂ ਨੂੰ ਠੱਗ ਨਹੀਂ ਸਕਦੀ। ਮਾਇਆ ਤਾਂ ਦਾਸੀ ਹੈ ਰੱਬ ਦੇ ਆ ਜਨਾਂ ਦੀ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਉਹ ਕਾਰ ਕਰਦੀ ਹੈ ਭਗਤਾਂ ਦੀ। ਇਹ ਤਾਂ ਦਾਸੀ ਹੈ, ਮਾਇਆ ਠੱਗ ਨਹੀਂ ਸਕਦੀ ਰੱਬ ਦੇ ਆ ਜਨਾਂ, ਕਿਉਂਕਿ ਉਹ ਪ੍ਰਭੂ ਦੀ ਹੀ ਛਾਇਆ ਹੈ। ਸਤਿਗੁਰੂ ਫਰਮਾਉਂਦੇ ਨੇ, ਮਾਹਾ ਮਾਇਆ ਤਾਂ ਕੀ ਹੈ ਛਾਇਆ। ਜਿਸ ਸਮੇਂ ਸੁਖਦੇਵ ਮੁਨੀ ਨੇ ਪ੍ਰਭੂ ਨੂੰ ਕਿਹਾ, ਪ੍ਰਭੂ ਬਾਹਰ ਤੇਰੀ ਮਾਇਆ ਹੈ, ਕਿਵੇਂ ਜਨਮ ਲਵਾਂ। 12 ਸਾਲ ਮਾਤਾ ਦੇ ਗਰਭ, ਸੁਖਦੇਵ ਮੁਨੀ ਨੇ ਫਿਰ ਪ੍ਰਭੂ ਨੇ ਕੀ ਫਿਰ ਬਚਨ ਕੀਤਾ, ਕਹਿਣ ਲੱਗੇ, ਪ੍ਰਭੂ ਤੂੰ ਜਨਮ ਲੈ, ਜਦ ਤੱਕ ਸਮਾਧੀ ਵਿੱਚ ਨਹੀਂ ਲੱਗੇਗਾ ਉਦੋਂ ਤੱਕ ਮਾਇਆ ਨਹੀਂ ਵਿਆਪੇਗੀ। ਮਾਇਆ ਰੋਕ ਲਈ ਉਸ ਦਾਤੇ ਤਰਲੋਕੀ ਦੇ ਮਾਲਕ ਨੇ, ਕਿਉਂਕਿ ਉਹ ਮਾਲਕ ਆਪ ਹੈ, ਸਭ ਕੁਝ ਉਸਦੇ ਵੱਸ ਵਿੱਚ ਹੈ। ਜਨਮ ਤੋਂ ਸਮਾਧੀ ਲਈ ਸੁਖਦੇਵ ਮੁਨੀ ਨੇ ਉਸ ਸਮੇਂ ਜਿਨ੍ਹਾਂ ਦੇ ਜਨਮ ਹੋਏ, ਵੱਡੇ ਮਹਾਬਲੀ ਯੋਧੇ ਸੂਰਬੀਰ ਜਗਤ ਵਿੱਚ ਹੋਏ, ਕਿਉਂਕਿ ਮਾਇਆ ਨੇ ਵੀ ਆਪੀ, ਕਿਉਂਕਿ ਮਾਇਆ ਵੀ ਪ੍ਰਭੂ ਦੀ ਛਾਇਆ ਹੈ। ਮਹਾ ਮਾਇਆ ਤਾਂ ਕੀ ਹੈ ਛਾਇਆ। ਪਾਤਸ਼ਾਹ ਫਰਮਾਉਂਦੇ ਨੇ, ਨਾ ਉਹੇ ਮਰਹਿ ਨਾ ਠਾਗੇ ਜਾਹੇ, ਨਾ ਤਾਂ ਉਹ ਭਗਤ ਰੱਬ ਦੇ ਜਨ ਉਪਾਸ਼ਕ, ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਵਸਦਾ ਹੈ, ਵਾਹਿਗੁਰੂ ਵਸਦਾ, ਉਹ ਮਿਲਤੂ ਨਹੀਂ ਹੁੰਦੇ। ਨਾ ਮਾਇਆ ਠੱਗਣੀ ਨਾਲ ਠੱਗੇ ਜਾਂਦੇ ਨੇ, ਉਹ ਠੱਗੇ ਵੀ ਨਹੀਂ ਜਾਂਦੇ। ਕੋਈ ਦੁਨਿਆਵੀ ਠੱਗ ਵੀ ਉਹਨਾਂ ਨੂੰ ਠੱਗ ਨਹੀਂ ਸਕਦਾ, ਕਿਉਂਕਿ ਉਹਨਾਂ ਦੇ ਹਿਰਦੇ ਘਰ ਵਿੱਚ ਤਰਲੋਕੀ ਦਾ ਮਾਲਕ ਪ੍ਰਭੂ ਬੈਠਾ ਹੈ। ਉਹਨਾਂ ਦੀ ਬਣ ਆਈ ਉਸ ਮਾਲਕ ਨਾਲ, ਜਿਸ ਮਾਲਕ ਦਾ ਸਭਨਾ ਤੇ ਹੁਕਮ ਹੈ। ਸਭ ਉਸਦੇ ਹੁਕਮ ਨਾਲ ਬੰਧੇ ਹੋਏ ਨੇ। ਉਹ ਜਗਤ ਦਾ ਸਿਰਜਣਹਾਰ ਉਹਨਾਂ ਦੇ ਹਿਰਦੇ ਘਰ ਵਿੱਚ ਬੈਠਾ, ਕੌਣ ਠੱਗੇਗਾ ਉਹਨਾਂ ਨੂੰ। ਕੋਈ ਦੁਨਿਆਵੀ ਵੀ ਉਹਨਾਂ ਨੂੰ ਠੱਗ ਨਹੀਂ ਸਕਦਾ। ਨਾ ਉਹੇ ਮਰਹਿ ਨਾ ਠਾਗੇ ਜਾਗੇ, ਨਾ ਮਿਲਤੂ ਹੁੰਦੇ ਨੇ ਨਾ ਠੱਗੇ ਜਾਂਦੇ ਨੇ। ਕੌਣ? ਜਿਨ ਕੈ ਰਾਮ ਵਸੈ ਮਨ ਮਾਹੇ। ਪਾਤਸ਼ਾਹ ਫਰਮਾਉਂਦੇ ਨੇ, ਜਿਨ ਕੈ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਮੇਰਾ ਵਾਹਿਗੁਰੂ ਬੈਠਾ ਹੈ। ਕੈਸੀਆਂ ਬਖਸ਼ਿਸ਼ਾਂ ਨਹੀਂ ਉਸ ਦਾਤੇ ਦੀਆਂ, ਉਸ ਨੂੰ ਕੋਈ ਮਾਰ ਹੀ ਨਹੀਂ ਸਕਦਾ। ਜਿਸਨੇ ਹਿਰਦੇ ਘਰ ਵਿੱਚ ਵਸਾ ਲਿਆ ਉਸ ਦਾਤੇ ਪ੍ਰਭੂ ਨੂੰ, ਜਿਸ ਨੇ ਆਪਣੇ ਤੇ ਬੜੇ ਭਾਰੀ ਉਪਕਾਰ ਕੀਤੇ ਨੇ, ਉਹ ਵੱਡਾ ਮਾਲਕ ਹੈ। ਤੇ ਕੈਸੀਆਂ ਬਖਸ਼ਿਸ਼ਾਂ ਦਾ ਉਹ ਪਾਤਰ ਬਣ ਜਾਂਦਾ ਹੈ। ਤਿਥੈ ਭਗਤ ਵਸੈ ਕੇ ਲੋ, ਉੱਥੇ ਕੋਈ ਇੱਕ ਭਗਤ ਲੋਕ ਹੀ ਵਸਦੇ ਨੇ, ਤਿੰਨਾਂ ਵਿੱਚ ਪਾਮਰ ਨਹੀਂ ਵਸਦੇ। ਪਖੰਡੀ ਤੇ ਦੰਭੀ ਨਹੀਂ ਵਸਦੇ, ਖੋਟੇ ਕਰਮਾਂ ਵਾਲੇ ਨਹੀਂ ਵਸਦੇ। ਉੱਥੇ ਰੱਬ ਦੇ ਜਨ ਹੀ ਵਸਦੇ ਨੇ। ਕਰੇ ਆਨੰਦ ਸੱਚਾ ਮਨ ਸੋਏ, ਸੋ ਸੱਚਾ ਅਕਾਲ ਪੁਰਖ ਤਿੰਨਾਂ ਦੇ ਮਨ ਵਿੱਚ ਵਸਦਾ ਹੈ। ਆਨੰਦ ਦਾ ਭੋਗਣਾ ਕਰਦੇ ਨੇ, ਭਾਵੇਂ ਕਿ ਤਾਂ ਫਿਰ ਦੁੱਖ ਕਲੇਸ਼ ਨਹੀਂ ਰਹਿੰਦੇ। ਸਤ ਚਿੱਤ ਆਨੰਦ ਵਿੱਚ, ਸਤ ਚਿੱਤਾਨੰਦ ਹੋਏ ਹੋਏ ਵਿਚਰਦੇ ਨੇ, ਉਹ ਸਤ ਚਿੱਤ ਆਨੰਦ ਨੇ।
क्योंकि आनंद की उन्होंने प्राप्ति हो गई, बड़ियां बख्शीशां के पात्र बन गए। करहे आनंद सच्चा मन सोए, क्योंकि सच्चा मेरा प्रभु उन्होंने मन इसके घर विच बैठा है। सिद्ध कहन लगे गुरु नानक देव महाराज जी नूं, पातशाह जिस दी उपासक उपासना करते ने, जिस दी उपासक उपासना करते ने, सो निरंकार रहिंदा किथे है? वो तरलोकी दा मालक रहिंदा किथे है? दसना करो। जिस तो ऐसियां बख्शिशां प्राप्त हुंदियां ने, उसका वासा किथे है? उसका घर किहड़ा है? पातशाह फरमाउंदे ने, सच खंड वसै निरंकार, कर कर वेखै नदर निहाल। सच खंड में धन धन बाबा ईश्वर सिंह महाराज जी ने बड़ियां बख्शिशां करनियां। सच खंड, सच धारन वाले सच खंड, सच धारन वाले सच दी उपासक, जिन्हां दा हिरदा सच विच भिज गया, उन्हां दी रसना ते निरंकार वसदा है। पातशाह वचन कहते ने, वसै निरंकार रसना ते बैठा है प्रभ जी, वसै साध की रसना, नानक जन का दासन दसना। उस साधु की रसना ते पिया बोलदा है मेरा वाहिगुरु प्रभु। बाबा जी ने बख्शियां करनियां भाई, ये दरगाह का नक्शा है। यही सचखंड दरगाह विच जावोगे, देखोगे, आनंद लवोगे, क्योंकि दरगाह ही महापुरुषों ने बख्शिशां कीतियां ने, जो आप सच्ची दरगाह तो आए, जो पातशाह फरमाउंदे ने, जो सच बोलदा खंड, क्योंकि बोलीए सच धर्म झूठ ना बोलीए, जो गुर दसे वाक मुरीदां जोतीए। सच दी उपासक बणीए, झूठ ना बोलीए। सच खंड वसै निरंकार, ते निरंकार रसना ते वसदा है। सच खंड विच बैठा है मेरा प्रभु। वे साईं मियाँ मीर जी ने कह दिता सी, राजे नवाब वजीर, क्योंकि सतगुरां दा बड़ा सत्कार किया। जो 6वीं पातशाह मेरी पीरी दे मालक गुरु हरगोबिंद महाराज जी गए दर्शना, आप अगों उठ के आए, जोड़ा भी आप लाया। राजे महाराजे चरना विच आउंदे साईं मियाँ मीर जी, कुछ तो कुछ बाद विच कहन लगे। साईं मियाँ मीर जी कहन लगे, तुहानू की पता जो इस मात लोक विच गुरु ने, यही दरगाह विच ने, कोई दूजा गुरु नहीं। जो सतगुरु गुरु ग्रंथ साहिब महाराज हुण जगत गुरु ने, यही दरगाह विच ने, क्योंकि आप निरंकार चल के आया। 10 स्वरूप प्रगट धारे, गद्दी गुरु ग्रंथ साहिब महाराज जी नूं बख्शी। फिर सतगुरां दे ये भी वचन ने कि 74 जामे संतां दे रूप विच गुप्त आवांगे। फिर रब दे जन आउंदे ने, वो तां सरीवी ने, सदा ने उपदेश दिंदे ने, जोड़दे ने गुरु ग्रंथ साहिब महाराज जी नाल। पर गुप्त ने ब्रह्म ज्ञानी सदा नरलेप, जैसे जल में कमल अदे। वो नरलेप ने, संग ने, पर भागां वाला, बड़े पुन्नां वाला, बख्शीशां लैंदा। नानक सो अखणिया बयान, जिन्नी डसंदो मां फेरी। वो अखियां खोर ने, बाबा जी ने बख्शियां करनियां भाई, पूरन दे दर्शन करने ने। गुरु ग्रंथ साहिब महाराज अगे अरदास करिया कर, आपे सतगुरु बख्शिश करनगे, मलाह दे बनगे। पातशाह फरमाउंदे ने, कर कर वेखै नदर निहाल,
बैकुंठ विच सच्चा साहिब निरंकार सदगुण मूर्ति धार के आप वसदा है। बैकुंठ किथे है? बैकुंठ नगर जहाँ संत वासा, प्रभ चरण कमल रिद माहे निवासा। सो निरंकार अपनी रचना नू रच रच के देखदा, पालना स्वयं करदा है। तुम दाते ठाकुर प्रतपालक, नायक खसम हमारे, नैमक नैमक तुम ही प्रतपालो, हम बालक तुमरे तारे। हे प्रभु तेरे बालके हां, तू मालक है। ਕਰਮਾਂ ਨੂੰ ਦੇਖਦਾ ਹੈ, ਜੋ ਮਨੁੱਖ ਨੇ ਚੰਗਾ ਤੇ ਮਾੜਾ, ਪਾਪ ਤੇ ਪੁੰਨ ਦਾ ਬੀਜ ਬੀਜਿਆ ਬੀਜਦਾ, ਮੇਰਾ ਵਾਹਿਗੁਰੂ ਤਾਂ ਦੇਖਦਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਕੋਈ ਕਰਮਾਂ ਕਰਕੇ ਨੇੜੇ, ਕਰਮਾਂ ਕਰਕੇ। क्योंकि चंगे ते माड़े, पाप ते पुण्य दा विचार धर्मराज दे हजूर हुंदा है। एक कोटे एक खरे आपे परखण खान, कोटियां ते खरियां दी परख हुंदी है। क्योंकि वो देखदा है मेरा वाहिगुरु, कार कार वेखै नदर निहार। जिन्हां पर उसदी कृपा मेहर दी नदर करदा है मेरा प्रभु, सो आनंद हो जाते ने। नदर कीती कौड़े रीठे ते मिठे हो गए, पत्थर मोम हो गए। जिस नदर ने अनेकां नूं तारिया है। ये भाई नंद लाल जी गल पल्लू पाया, कलगीधर महाराज सतगुरां दे सन्मुख गए, गरीब नवाज मेहर दी नदर करो। जग नगाहा करम दी काफी, बल साडी भाले करे निघाले। पातशाह एक मेहर दी नदर ही बहुत है, जग नगाह करम दी काफी, बल साडी भाले करे निहाले। मैं निहाल हो जावांगा, ऐसी नदर जो कौड़े रीठे ते कीती मिठे हो गए। जिन्हां ते मेरी नदर सवली पै गई, बख्शीशां ही बख्शीशां उत्थे होईयां। ऐसी नदर करो। पातशाह फरमाउंदे ने, जिन्हां ते उस दाते प्रभु दी समरथ गुरु दी नदर हो गई, वो आनंदित हो जाते ने। तिथै खंड मंडल वार पांडो, जे को कथै ता अंत ना अंत। पातशाह फरमाउंदे ने, तिथै खंड मंडल वार पांडो, जे को कथै ता अंत नांत। तिस निवासी सचखंड विच अनंत खंड मंडलां वाले ब्रह्मंडां दे आकार ने। सब जगत तिस दे संकल्प विच ही है, सारा जगत। जेकर कोई उसदे अंत नूं कथन करे, पातशाह फरमाउंदे ने, तो अंत नहीं आउंदा। देश काल वस्तु के परिच्छेद ते रहत है मेरा प्रभु। तिथै लो लो आकार, जेव जेव हुक्म तवै तिव कार। लोकां लोकां दे आकार सब ताहां निरंकार दे अवांतर ने। जिस जिस प्रकार निरंकार दा हुक्म हुंदा, तिसी तिसी प्रकार जीव कार करते। क्योंकि सब उसदे हुक्म दे विच बंधे हुए ने। हुक्म है अंदर सब को, बाहर हुक्म ना कोई। उसदे हुक्म दे विच सारे नहीं, बाहर कोई भी नहीं। क्योंकि जीव स्वतंत्र नहीं, पतंत्र है, अधीन है प्रभु दे। वेखै विगसै कर विचार, इसे अपने कीते हुए खेल नूं देख के शुभ अशुभ चंगा माड़ा कर्म विचार के बड़ा प्रसन्न हुंदा मेरा प्रभु। देखदा है तकदा है सबना दे कर्मां नूं देख के बड़ा प्रसन्न हुंदा। ओह वेखै उन्हां नदर ना आवे, बहुता इहो वड्डा वड्डा चज कौतक है।
ਉਹ ਦੇਖਦਾ ਹੈ ਮੇਰਾ ਵਾਹਿਗੁਰੂ, ਕਿਉਂਕਿ ਖੇਲ ਰਚਿਆ ਵੀ ਉਸਨੇ ਆਪ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਜਦੋਂ ਖੇਲ ਨੂੰ ਸੰਕੋਚਦਾ ਹੈ ਤਾਂ ਇੱਕ ਹੋ ਜਾਂਦਾ ਹੈ, ਖੇਲ ਸੰਕੋਚੈ ਤਾਂ ਨਾਨਕ ਇੱਕ ਹੈ। ਜਦੋਂ ਜਗਤ ਪਰਲੋ ਕਰ ਦਿੰਦਾ ਇੱਕ ਹੋ ਜਾਂਦਾ ਹੈ, ਕੇਵਲ ਇੱਕ। ਕਿਉਂਕਿ ਉਹ ਮਾਲਕ ਦੀਨ ਦੁਨੀਆ ਦਾ ਸਿਰਜਣਹਾਰ ਆਪ ਹੈ। ਨਾਨਕ ਕਥਨਾ ਕਰੜਾ ਸਾਰ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਹੇ ਸਿੱਧੋ, ਇਹ ਨਿਰੰਕਾਰ ਤੱਤ ਦਾ ਕਥਨ ਜੋ ਅਸਾਂ ਨੇ ਤੁਹਾਨੂੰ ਸਰਵਣ ਕਰਾਇਆ ਹੈ, ਸੋ ਅਤੀ ਅੰਤ ਕਠਨ ਤੇ ਕਰੜਾ ਹੈ। ਪਾਤਸ਼ਾਹ ਕਹਿ ਜੈਸੇ ਸਵਰਨ ਦਾ ਘੜਨਾ ਸੋਨੇ ਦਾ ਘੜਨਾ ਔਖਾ ਬੜਾ। ਸੁਨਿਆਰਾ ਘਾੜਤ ਘੜਦਾ ਸੁੰਦਰ ਗਹਿਣੇ ਬਣਾਉਂਦਾ ਹੈ ਸੋਨੇ ਦੇ, ਬਹੁਤ ਹੀ ਔਖਾ ਉਹ ਧਾਤੂਆਂ ਵਿੱਚ ਸ੍ਰਿਸ਼ਟ ਮੰਨਿਆ ਗਿਆ। ਇਸੀ ਪ੍ਰਕਾਰ ਗੁਰੂ ਉਪਦੇਸ਼ ਰੂਪ ਸ਼ਬਦ ਦਾ ਵਿਚਾਰ ਵੀ ਅਤੀ ਅੰਤ ਕਠਨ ਤੇ ਉੱਤਮ ਹੈ। ਪਾਤਸ਼ਾਹ ਸਿੱਧਾ ਨੂੰ ਕਹਿਣ ਲੱਗੇ, ਨਾਨਕ ਕਥਨਾ ਕਰੜਾ ਸਾਰ। ਫਿਰ ਬੇਨਤੀ ਕੀਤੀ, ਸਿੱਧ ਕਹਿਣ ਲੱਗੇ, ਸੱਚੇ ਪਾਤਸ਼ਾਹ, ਆਪ ਨੇ ਜੋ ਸਵਰਨ ਦੇ ਘੜਨ ਦੀ ਨਿਆਈ ਸ਼ਬਦ ਦਾ ਕਥਨ ਕਰਨਾ ਕਰੜਾ ਬੜਾ ਕਠਨ ਕਿਹਾ ਹੈ। ਤੁਸੀਂ ਸੋਨੇ ਘੜਨੇ ਦੀ ਤਾਂ ਸਮੱਗਰੀ ਹੁੰਦੀ ਹੈ ਕਿ ਇਸ ਤਰ੍ਹਾਂ ਸੋਨਾ ਘੜਿਆ ਜਾਵੇਗਾ, ਤਪਾਇਆ ਜਾਵੇਗਾ, ਇਸ ਤਰ੍ਹਾਂ ਸ਼ੁੱਧ ਹੋਵੇਗਾ। ਉਹ ਸਮੱਗਰੀ ਹੁੰਦੀ ਹੈ ਸੁਨਿਆਰਿਆਂ ਪਾਸ, ਉਸ ਨਾਲ ਕਰਦੇ ਨੇ। ਇਹ 12 ਮੰਨੀ ਦਾ ਸੋਨਾ ਸ਼ੁੱਧ ਕਰਦੇ ਨੇ। ਸ਼ਬਦ ਘੜਨੇ ਦੀ ਸਮੱਗਰੀ ਵੀ ਤੁਸੀਂ ਬਿਆਨ ਕਰੋ, ਕਿਉਂਕਿ ਬੜੇ ਬੁੱਧੀਮਾਨ ਸਿੱਧ ਸਨ। ਤਤਕਾਲ ਸਵਾਲ ਕਰ ਦਿੱਤਾ। ਤੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ। ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ। ਪਾਤਸ਼ਾਹ ਨੇ ਬਚਨ ਕੀਤੇ, ਰਸਨਾ ਲਿੰਗ ਇੰਦਰੀ ਚੰਚਲਤਾ ਤੇ ਰਹਿਤ ਹੋਵੇ, ਚੰਚਲ ਨਾ ਹੋਵੇ ਰਸਨਾ ਆਪਣੀ, ਇੰਦਰੀ ਆਪਣੀ। ਸੋ ਜੋ ਭਗਤ ਦਾ ਧੀਰਜ ਹੈ, ਧੀਰਜਵਾਨ, ਧੀਰਜਵਾਨ ਹੈ ਭਗਤ ਦਾ ਧੀਰਜ, ਸੋਈ ਤਾਂ ਸੁਨਿਆਰ ਹੋਵੇ। ਉਹ ਸਰਬ ਬੁੱਧ ਅਹਿਰਣ ਹੋਵੇ, ਜਿਸ ਪਰ ਸੋਨਾ ਰੱਖ ਕੇ ਘੜਦੇ ਨੇ। ਵੇਦ ਵਾਕਾਂ ਦਾ ਸਰਵਣ ਹਥੌੜਾ ਹੋਵੇ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਭੌਖਲਾ ਅਗਨ ਤਪਤਾਓ। ਅਕਾਲ ਪੁਰਖ ਦਾ ਜੋ ਡਰ ਧਾਰਨਾ, ਕਿਉਂਕਿ ਡਰ ਤੋਂ ਬਿਨਾਂ ਭਗਤੀ ਵੀ ਨਹੀਂ ਹੁੰਦੀ। ਉਸ ਪ੍ਰਮਾਤਮਾ ਦਾ ਜੋ ਹਿਰਦੇ ਵਿੱਚ ਭੈ ਰੱਖਣਾ, ਡਰ ਰੱਖਣਾ ਕਿ ਮੇਰਾ ਪ੍ਰਭੂ ਦੇਖਦਾ ਹੈ, ਸੁਣਦਾ ਹੈ। ਇਹ ਚਰਮ ਪਿੱਤਲ ਦਾ ਨਲਕਾ ਫੂਕ ਮਾਰਨੇ ਵਾਲਾ ਹੋਵੇ, ਜਿਸ ਤੇ ਅਗਨ ਪ੍ਰਜੁਲਤ ਕਰਦੇ ਨੇ। ਤਪ ਕਰਨਾ ਇਹੀ ਅਗਨੀ ਦਾ ਤਾਉ ਹੋਵੇ ਜੋ ਤਪ ਕਰਨਾ। ਭੌਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸਚੀ ਟਕਸਾਲ। ਫਿਰ ਪਾਤਸ਼ਾਹ ਕਹਿਣ ਲੱਗੇ, ਪ੍ਰੇਮ ਦਾ ਭਾਂਡਾ ਹੋਵੇ, ਭਾਵ ਪ੍ਰੇਮ ਵਾਲਾ ਹਿਰਦਾ ਕੁਠਾਲੀ ਹੋ ਜਾਵੇ। ਸੋਨੇ ਨੂੰ ਰੱਖਿਆ ਜਾਂਦਾ ਹੈ, ਕੁਠਾਲੀ ਦੇ ਵਿੱਚ ਪਾਇਆ ਜਾਂਦਾ। ਪ੍ਰੇਮ ਵਾਲਾ ਹਿਰਦਾ ਕੁਠਾਲੀ ਹੋਵੇ, ਜਿਸ ਹਿਰਦੇ ਵਿੱਚ ਗੁਰੂ ਉਪਦੇਸ਼ ਜੋ ਅੰਮ੍ਰਿਤ ਹੈ, ਉਹ ਸਵਰਨ ਤੁਲ ਹੈ। ਜੋ ਅੰਮ੍ਰਿਤ ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਜਿਸ ਨੂੰ ਢਾਲ ਭਾਵ ਹਿਰਦੇ ਵਿੱਚ ਵਸਾਵੇ। ਤਬ ਸੱਚੀ ਟਕਸਾਲ, ਸਾਧ ਸੰਗਤ ਵਿੱਚ ਜੀਵ ਹੀ ਬ੍ਰਹਮ ਰੂਪ ਘੜਿਆ ਜਾਂਦਾ।
घड़ी है साबत सच्ची टकसा। ये पातशाह फरमाउंदे ने जैन को नदर करम तिन कार, नानक नदरी नदर निहाल। जिन्हां पर सतगुरु की कृपा, सतगुरु की नदर मेहर है, ते इन्हां नूं ये पूर्वक धीरज आदਿਕ धारण करके कार मिल जाती है, वड्डियां बख्शिशां। सो अकाल पुरख की कृपा रेटी से किरत किरत हो जाता, भाव निखाल निखाल हो जाते। जन्म ते मरण दुख तो रहित वो मुक्त रूप हो जाते ने। जिन को नदर करम तिन कार, नानक नदरी नदर निहालो। तो सतगुरां ने बचन कीते, सिद्ध कहन लगे सच्चे पातशाह, जगत दा गुरु ते माता पिता कौन ने? क्योंकि जगत उस विधाता ने साजिया है प्रभु ने। सिद्धा ने ये सवाल किया सच्चे पातशाह जी, ये दसना करो जगत दा गुरु ते माता पिता कौन ने? पातशाह फरमाउंदे ने सलोक पवन गुरु पानी पिता, माता धरत महतो। पातशाह कहन लगे जगत नूं बालक रूप मन के तिसदे रक्षक कहते हैं कि सारे संसार का गुरु कौन है। ते दो भाव ने, एक तां सब विच वड्डा पौण है, क्योंकि सब इंद्रे पौण ही दे आसरे स्थित होंदे ने। सब दा गुरु कौन कहा, कारण क्यों कहा? इस विच एक वेद का इतिहास भी है कि इस समय सब इंद्रियां का आपस विच ही झगड़ा हो गया। सारियां इंद्रियां का सब अपने आप को वड्डा कहन लगे सारे। तब ब्रह्मा जी पास न्याय वास्ते चले गए। ब्रह्मा जी ने कहा कि एक एक तुसी शरीर तो बाहर होंदे जाओ। इंद्रियां नूं कहा कि एक एक जाना शरीर तो बाहर होंदे जाओ। नेत्र आदि इंद्रियां के बाहर होने से भी विवखार सिद्ध होता रहा। जब प्राण निकलने लगे, शरीर गिरने लगा, तब ब्रह्मा जी ने कहा सबसे बड़ा कौन है? इस बिना व्यवहार सिद्ध नहीं हो सकता। गुरु का जो उपदेश सो पौन से होता है, पौन करके शब्द होता, इससे गुरु के पानी पिता, क्योंकि जल से सबना की उत्पत्ति है। पहला पानी जियो है, जित हरिया सब को। जल से उत्पत्ति सबना की, इससे पानी जगत का पिता है। बड़ी माता धरती है, जैसे माता पुत्र नूं उठाई रखती है मां, तैसे बालक की भांत प्रजा नूं अपने उपर उठाई रखती है माता। ये धरती माता धरत मखत, और अन्न उत्पन्न करके उधर पोखण करती है। ये धरती माता। माता पुत्र का मल मूत्र पृथ्वी ते सिट दिंदी है, इससे जन्म की माता ते पृथ्वी आदिक है। दिवस रात दोए दाई दाया, खेलै सगल जगत। पातशाह फरमाउंदे ने दाया का धर्म है। दिवस रात दोए दाई दाया, खेलै सगल जगत। दया का धर्म कि बालक नूं खिलाउणा करदा है, दिन पर सेवा करदा। दाई का जो धर्म, जो संग लैके सहन करना, अथा माता ना होवे किसी औषध, सर दुध पिलाना लड़ाना, सो रातर दिन। जो दिन ते रात ने दाई ते दाया ने पातशाह कहते। इन्हां में जीव अनंत किरत करते ने, बड़े निहाल होंदे ने दिन ते रात। ये दाई ते दाया ने।
दिवस रात दोए दाई दाया खेलै सगल जगत। रात नूं सैन करते ने, अनंत किरत करते, इस ते सब जगत दू बालक खिल रहा है, क्योंकि जगत बालक दी न्याय कि जैसे बालक की सर्व चेष्टा दाई दाया से गुप्त नहीं होती, बालक की चेष्टा पातशाह फरमाते नहीं। इसी प्रकार जगत दू बालक की क्रिया दिन ते रात अभिमानी देवतियां नूं प्रगट होती। सब जानते ने इस मनुख ने की कर्म कीते ने, की बीज बीजे ने, वो लिखे जाते ने। फिर सतगुरु फरमाते ने चंगियाइयां बुरियाइयां वाचै धर्म हदूर। फिर मनुख सुते कहता एक कर्म गुप्त सी प्रगट किवें हो गया, मैं सच्चा सी झूठ नूं सच विच बदल दिता सी, किवें ज़ाहिर हो गया। पर प्रगट नहीं, रात ते दिन अभिमानी देवतियां नूं सारे कर्म प्रगट हुंदे ने मनुख जो करदा। पर मनुख अज्ञान अविद्या दे विच रचिया होया भुल ही जाता है। अपने आप नूं सियाणा चतुर बुद्धिमान बन के वो ना करन वाले कर्मां दे बीज स्वयं बीज लैंदा है। जो पातशाह फरमाउंदे ने चंगियाइयां बुरियाइयां वाचै धर्म हदूर। शुभ कर्म रूप चंगियाइयां भलाइयां, अशुभ कर्म रूप बुरियाइयां। धर्म राज के हजूर दिन ते रात नूं साखी बना के फिर दिन ते रात ये गवाही देंदे। जो दिन है ते रात है ये गवाही देंदे ने, और चित्र ते गुप्त आवाज करके सुनाउंदे ने। जो चित्र ते गुप्त ये सुनाउंदे ने, धर्म राज के मुंशी खलोते हुंदे ने कोल में सुना दिंदे ने कि इस मनुख ने एक कर्म कीते ने। मनुख उत्थे मुनकर नहीं हो सकता, की झूठ बोलेगा, नहीं बोलिया जाएगा। दिन ते रात ने गवाही दे देनी ने, दिन विच एक काम कीते रात इंज बतीत होई, की जवाब देवेगा। उथै सच्चे ही सच निबड़ै, चुन वख कढे जमालिया। सच्चो सच दे निवेड़े होने ने, सच्चे परमेश्वर की सच्ची दरगाह उत्थे बड़ी दलाली झूठी गवाही नहीं चलनी। उत्थे तां कोई संबंधी अपना सहाई नहीं होता, बैदो ना भाई भैणो ना भाई एको सहाई राम के। मेरा वाहे गुरु ही रखिया करेगा जे तू जपेगा आराधेगा। फिर पातशाह फरमाउंदे ने करमी आपो अपनी के नेड़े के दूर। क्या निकट क्या दूर किते होवे, अपने अपने कर्मां दे अनुसार सबनां नूं फल मिलदा है। भावें नेड़े भावें दूर, कईयां नूं धर्म राय निकट बिठा के आदर करदा है, कईयां नूं दूर कढ दिंदा है। ते निगुरा पुरुष है गुरु वाला नहीं बनिया, क्योंकि गुरु तो बिना गत नहीं, गुरु तो बिना बख्शा नहीं। क्योंकि सतगुरु कलगीधर महाराज जी ने बख्शियां कीतियां ने कि भाई खंडे वाटे दा अमृत छको गुरु वाले बनो। सतगुर बाझों गुर नहीं कोई, ने गुरे का है नाओ गुरा। ने गुरे पुरुष दा तां ना लैना माड़ा है, जो गुरु पीर दा बनिया की नहीं। पातशाह फरमाउंदे ने करमी आपो अपनी के नेड़े के दूर। कर्मां दे अनुसार सबनां नूं फल अवश्य मिलदा है। कईयां नूं धर्म राय निकट नहीं बैठण दिंदा, कईयां नूं निकट बिठाउंदा है, इहनूं दूर कढ दिंदा है। तो इन शुभ ते अशुभ कर्मां से आवागमन नहीं छुटदा, जन्म मरण दा चक्कर लग्या ही रहिंदा है। फिर पातशाह फरमाउंदे ने किवें छुटेगा इस जन्म ते मरण दा चक्कर, जो बड़ा दुख है। जिनी नाम ते आया गए मसकत काल,
ਨਾਨਕ ਤੇ ਮੁਖ ਉਜਲ ਕੀਤੀ ਛੁੱਟੀ ਨਾਲ। हे सिद्धो, जिन्हां ने नाम का ਧਿਆਵਣਾ ਕੀਤਾ, जिन्हां ने एक परमेश्वर के नाम नूं जपिया, मैं धन धन बाबा नंद सिंह महाराज जी ने एक नाम नूं जपिया, किली नाल केस बन लैने कि एक भी सवास व्यर्थ ना जावे। ऐसा नहीं हो परमेश्वर के नाम नाल, ऐसा प्रेम समर्थ मेरे सतगुरु गुरु ग्रंथ साहिब महाराज जी के नाम प्रतख करके पूजिया। पातशाह फरमाउंदे ने कलगीधर महाराज जी, साच कहो सुन ले हो सब जिन प्रेम कियो तिन ही प्रभ पायो। बाबा जी ने पा लिया, प्रतख गुरु नानक नूं प्रगट किया, प्रेम नाल जपिया। क्योंकि जुग कल जुग दा कल केवल नाम ओदा, नाम दी जपियां ओदा। एक नाम तारे संसार, एक नाम तार दवेगा जप लवो। अब कलू आयो रे, एक नाम बोवो बोवो, अनरूत नाही नाही। मत भरम भूलो भूलो, मत भरम विच पै जायो। कर्म कांडा विच याद कर्मां विच, ये जुग कल युग दा है। कल युग विच नाम दी शोभा, नाम दी वडियाई है। बाबा जी ने भगती दे भंडारे खोल दिते, उपदेश नाम दा दिता है। आप जपिया, जपण दी ताकीद कीती है कि गुरु वाले बन के जपो नाम। पातशाह फरमाउंदे ने, जिन्नी नाम ध्याया गए मसकत काल। जिन्हां ने नाम जपिया, जिन्हां ने राधिया मेरे वाहे गुरु नूं, जप तप यादक मेहनत घालना कर गए। क्योंकि घाल कीती अजाई नहीं जाती गुरु नानक दे। पतत पावन कर बिरद सदाई, एक तिल नहीं भन्ने घाले। एक तिल दी घालना गुरु नानक दे घर अजाई नहीं जाती। जिन्हां ने भी कीती, जो भी करदा है, क्योंकि वह मालिक कैसा है। इच्छा पूरक सर्ब सुख दाता खाद, जाकै वस है काम तेना। सो ऐसा घर ध्याइया मेरे जी अड़े, तां सर्ब सुख पाव है मेरे मना। एक दो सुख नहीं आखिया सतगुरां ने, सारे सुख, सारियां इच्छा पूरियां। जो मांग है ठाकरे अपने, सोई सोई देवै। नानक दास मुख ते जो बोलै, ईहां ऊहां सच हो। क्योंकि गुरु नानक का घर बख्शीशां दा दर है। सच्चे साहिबा क्या नाही घर तेरा, घर तां तेरा सब किश है। जिस दे सो पावे, जिसनों मेरा सतगुरु दिंदा वो पाउंदा है। क्योंकि गुरु तां दयालु है। बाबा जी ने बख्शियां करनियां भाई, ढैण विच देरी बख्शण विच कोई देरी नहीं। मेरा सतगुरु बड़ा दयालु कृपालु है। नानक ते मुख उजल केती छुट्टी नाल। पातशाह फरमाउंदे ने, सो पुरखां दे मुख उजले हो गए, निर्मल हो गए। कितनी ही सेठी तिन्हां दे साथ उपदेश करके संसार बंधा तो छुट गई। आप तरे सगले कुल तारे, आप तर के जगत नूं भी तार दिता। भावे कि सब साधना से मुक्ता नाम सिमरन दी कही है। सब साधना आद विच भी सतनाम कहा गुरुदेव पातशाह ने, अंत विच भी तिस नाम दे महात्म पूर्वक उपसहार कह के श्री जपजी साहिब जी दा पाठ समाप्त किया। भाव सतगुरां ने बड़ियां बख्शीशां कीतियां ने।
ਇਹ ਸ੍ਰੀ ਜਪਜੀ ਸਾਹਿਬ ਪਾਤਰ ਸੰਧਿਆ ਜਾਣਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ, ਜਿਤ ਵਹਿ ਸਰਬ ਸੰਭਾਲੇ। ਸੋਦਰ ਜੀ ਤੋਂ ਆਦ ਲੈ ਕੇ ਭਈ ਪ੍ਰਾਪਤ ਮਾਨੁਖ ਦੇਹਰੀਆਂ ਤੱਕ ਪਰਯੰਤ ਸਾਇੰਕਾਲ ਕੀ ਜੋ ਰਹਿਰਾਸ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਗੁਰੂ ਮਤ ਵਿੱਚ ਪੜ੍ਹਦੇ ਸਨ। ਗੁਰਸਿੱਖ ਗੁਰਮਤੀਏ। ਤੇ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਸਮੇਂ ਤੇ ਚੌਪਈ ਸਾਹਿਬ ਆਦਿ 10ਵੀਂ ਪਾਤਸ਼ਾਹ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਮਲਾਈ ਗਈ। ਇਸ ਸ਼ਬਦ ਦਾ ਸ੍ਰੀ ਜਪਜੀ ਸਾਹਿਬ ਸੋਧਰ ਵਿੱਚ ਵੀ ਹੋ ਚੁੱਕਾ ਹੈ। ਕੋਈ ਕੋਈ ਅੱਖਰ ਦਾ ਪਾਠ ਦਾ ਭੇਦ ਹੈ। ਉਥਾਨਕ ਇਸ ਦੀ ਐਸੀ ਅਲੱਗ ਕਥਨ ਕਰਦੇ ਨੇ ਕਿ ਜਿਸ ਸਮੇਂ ਰੋਹ ਲੋਕ ਵਿੱਚ ਅੱਗੇ ਬੈਕੁੰਠ ਨੂੰ ਗਏ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਰੋਹ ਲੋਕ ਤੋਂ ਬੈਕੁੰਠ ਨੂੰ ਗਏ ਤਾਂ ਬਈ ਸ਼ਬਦ ਭਗਵੰਤ ਪਰਮੇਸ਼ਰ ਦੇ ਸਨਮੁਖ ਸਤਿਗੁਰਾਂ ਨੇ ਉਚਾਰਨ ਕੀਤਾ। ਜਿਸ ਸਮੇਂ ਬੀਬੀ ਨਾਨਕੀ ਜੀ ਨੇ ਵੀ ਸੁਲਤਾਨਪੁਰ ਵਿੱਚ ਸਤਿਗੁਰੂ ਅੱਗੇ ਬੇਨਤੀ ਕਰਕੇ ਪੁੱਛਿਆ ਕਿ ਹੇ ਭਾਈ ਜੀ, ਆਪ ਜੋ ਸੇਖ ਸਾਈਂ ਪਾਸ ਗਏ ਸੀ ਸੋ ਉਹਾਂ ਕੈਸਾ ਘਰ ਤੇ ਦਰ ਦੇਖਿਆ, ਕੈਸਾ ਘਰ ਤੇ ਦਰ ਦੇਖਿਆ। ਤਾਂ ਬੀਬੀ ਜੀ ਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਸੋਧਾ ਸੁਣਾਇਆ, ਇਸੇ ਕੁਛ ਪਾਠਾਂਤਰ ਰੱਖ ਦਿੱਤਾ। ਸੁਈਆਂ ਸਨਮੁਖ ਬੇਨਤੀ ਵਿੱਚ ਲਗਾ। ਕੋਈ ਇੱਕ ਮਹਾਤਮਾ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਸ੍ਰੀ ਜਪਜੀ ਸਾਹਿਬ ਜੀ ਦਾ ਸੋਧਰ ਸਿੱਧਾਂ ਦੇ ਪ੍ਰਸ਼ਨ ਦਾ ਉੱਤਰ ਦਿੱਤਾ, ਔਰ ਰਹਿਰਾਸ ਸਾਹਿਬ ਜੀ ਦਾ ਸੋਧਰ ਬੀਬੀ ਜੀ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ। ਆਸਾ ਦਾ ਸੋਧਰ ਸੱਚਖੰਡ ਧਰੂ ਲੋਕ ਸੇ ਉੱਪਰ ਜਾ ਕੇ ਕਥਨ ਕੀਤਾ। ਵਾਸਤਵ ਤੇ ਦੋ ਹੀ ਸੋਧਰ ਨੇ, ਇੱਕ ਸ੍ਰੀ ਜਪਜੀ ਸਾਹਿਬ ਦਾ, ਇੱਕ ਆਸਾ ਰਾਗ ਦਾ। ਆਸਾ ਰਾਗ ਦਾ ਹੀ ਰਹਿਰਾਸ ਵਿੱਚ ਲਿਖਿਆ ਹੈ। ਕੋਈ ਤੀਜਾ ਵੀ ਕਹਿੰਦੇ ਨੇ ਕਿ ਇਹਨਾਂ ਨੇ, ਪਰ ਤੀਸਰਾ ਨਹੀਂ। ਜੋ ਸਤਿਗੁਰੂ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਕਿ ਮੇਰੇ ਪਰਿਪੂਰਨ ਪਰਮਾਤਮਾ, ਤੇਰਾ ਸੋ ਦਰਵਾਜ਼ਾ ਕੈਸਾ ਹੈ, ਉਹ ਘਰ ਕੈਸਾ ਹੈ ਜਿਸ ਵਿੱਚ ਸਥਿਤ ਹੋ ਕੇ ਤੂੰ ਸਰਬ ਜੀਵਾਂ ਦੀ ਜਗਤ ਦੀ ਖਬਰ ਲੈਂਦਾ। ਵਾਸਤਵ ਤੇ ਤੇਰਾ ਘਰ ਦਾ ਕੁਝ ਕਿਹਾ ਨਹੀਂ ਜਾਂਦਾ, ਤਾਂ ਤੂੰ ਜਗਿਆਸੂਆਂ ਦੇ ਧਿਆਨ ਵਿੱਚ ਆਪਣੇ ਘਰ ਦਾ ਦਰ ਕੁਛ ਵਰਣਨ ਕਰ ਦੇਖ। ਸਤ ਸੰਗ ਦਰ ਸਰੂਪ ਘਰ, ਸੰਸਾਰ ਦਰ ਬੈਕੁੰਠ ਘਰ। ਸਭ ਤੇਰੇ ਸੰਸਾਰ ਘਰ ਦਾ ਦੀ ਰਚਨਾ ਵੀ ਬਿਆਨ ਕਰਦੇ ਨੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਹੀ ਅਸੰਖ ਭਾਵ ਬੇਅੰਤ ਰੂਪ ਤੇਰੇ ਦੁਆਰੇ ਪਰ ਅਨੇਕ ਨਾਦ ਆਦਿਕ ਵਾਜੇ ਵੱਜਦੇ ਨੇ। ਤੇਰੇ ਦਰ ਵਿੱਚ ਬਹੁਤੇ ਤਿੰਨ ਵਾਜਿਆਂ ਦੇ ਵਜਾਵਣ ਵਾਲੇ। ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਤੇਰੇ ਦੁਆਰੇ ਪਰ ਕਿਤਨੇ ਹੀ ਰਾਗਣੀਆਂ ਦੇ ਸਹਿਤ ਰਾਗ ਕਹੇ ਜਾਂਦੇ ਨੇ। ਇਹ ਦੁਆਰੇ ਕਿਤਨੇ ਹੀ ਤਿੰਨ ਰਾਗ ਔਰ ਰਾਗਣੀਆਂ ਦੇ ਗਾਵਣ ਵਾਲੇ ਨੇ। ਤਿੰਨ ਗਾਵਣ ਵਾਲਿਆਂ ਨੂੰ ਸੰਖੇਪ ਨਾਲ ਕਹਿੰਦੇ ਨੇ ਪਾਤਸ਼ਾਹ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤ, ਗਾਵੈ ਰਾਜਾ ਧਰਮ ਦੁਆਰੇ। ਆਪ ਨੂੰ ਪੌਣ ਪਾਣੀ, ਅਗਨੀ, ਆਕਾਸ਼, ਧਰਤੀ। ਧਰਮ ਰਾਜਾ ਵੀ ਤੇਰੇ ਦੁਆਰੇ ਪਰ ਤੇਰਾ ਜਸ ਗਾਉਂਦਾ ਹੈ ਮੇਰੇ ਵਾਹਿਗੁਰੂ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਜੋ ਜੀਵਾਂ ਦੇ ਗੁਪਤ ਕਰਮਾਂ ਨੂੰ ਲਿਖ ਜਾਣਦੇ ਨੇ। ਕੌਣ? ਚਿੱਤਰ ਤੇ ਗੁਪਤ। ਇਹ ਗੁਪਤ ਕਰਮਾਂ ਨੂੰ ਲਿਖਦੇ ਨੇ।
चित्र दिंदा साहब लिखदा, गुप्त रात दा लिखदा। चित्र गुप्त सब लिखते लिखा। वो भी उस परमेश्वर का जस गाउंदे ने, चित्र ते गुप्त लिख लिख के धर्म धर्म का विचार करते हैं कि मनुख ने आ धर्म किया, इसने धर्म किया। वो विचारी नहीं। गावन तुदनो ईश्वर ब्रह्मा देवी, सोहन तेरे सदा सवारे। तेनू शिव जी ब्रह्मा सहित देवियां दे जो तेरे बनाए हुए ने प्रभु, सो सदा ही गायन करके शोभते ने, शोभा पाते ने। गावन तुदनो इंद्र इंद्रासन, बैठे देवतियों दर नाले। देवतियां दे सहित इंद्र पद की जो गद्दी ते इस पर बैठे हुए इंद्र भी तेरे द्वारे पर गाउंदे ने। गावन तुदनो सिद्ध समाधि अंदर, गावन तुदनो साध विचारे। हे प्रभु समाधि में स्थित होके सिद्ध भी तेरे जस नूं गा रखे। विचारवान साध रब दे जन जो प्यारे ने तेरे प्रभु, वो भी तेरे जस नूं गाउंदे ने। गावन तुदनो जति सती संतोखी, गावन तुदनो वीर करारे। हे मेरे प्रभु तेनू जति सतवादी संतोखी गाउंदे ने, कड़े सूरमे भी तेनू गाउंदे ने। गावन तुदनो पंडित पढ़न रखी सुर, जुग जुग वेदां नाल। जुगां जुगां विच वेदां दे सहित पंडित पढ़न वाले विद्यार्थी देखीश्वर तेनू गाउंदे ने। गावन तुदनो मोहनिया मन मोहन, सुरग वश पयाले। हे मनमोहन परमेश्वर मन दे मोहने वालियां स्त्रियां स्वर्ग विच, मद भाव मात लोक विच, पताल विच तेरे जस नूं गाउंदियां ने। गावन तुदनो रतन उपाय, तेरे 68 तीरथ नाल। ये प्रभु तेरे उत्पन्न किए हुए रतन भी तेनू गाउंदे ने। 68 तीर्थ जो मुख मन्ने गए ने, नाले भी गाउंदे ने। नदियां नालियां दे अभिमानी देवता हे प्रभु वो भी तेरा जस गाउंदे ने। गावन तुदनो जोध महाबल सूरा, गावन तुदनो खाणी चारे। बड़े बली सूरमे भी तेनू गाउंदे ने मेरे वाहिगुरू। अंडर जेरज उत्पज सेतज, चार खाणियां दे जीव, चारे खाणियां दे जीव भी तेनू गाउंदे ने। गावन तुदनो खंड मंडल ब्रह्मंडा, कर कर रखे तेरे तारे। नौ खंड और दीप ब्रह्मांड तिना विच निवास करने वाले जीव गाउंदे ने, जो रच रच के तेरे धारण कर रखे ने प्रभु। से तुदनो गावन जो तुद पावन, रते तेरे भगत रसाले। जो तेनू पाउंदे ने मेरे पातशाह वो तेनू गाउंदे ने। प्रेम दा घर जो समूह भगत ने वो तेरे विच रते होए ने। खोर केते तुदनो गावन, सूमै चित ना आवन, नानक क्या विचारे। तेनू और भी कितने बहुते गाउंदे ने, सो सब मेरे चिंतन विच नहीं आउंदे प्रभु। मैं तिन्हां दा क्या विचार कर, अणगिणत ने। बीबी जी ने कहा, बेबे नानकी जी ने कि भाई जी परमेश्वर कब सी और कैसा है। इस पर मेरे पातशाह कहन लगे, सोई सोई सदा सच साहिब, साचा सची नाई। खै पी होसी जाए ना जासी, रचना जिन रचाई। सदा सच्चा साहिब भूत काल विच भी सी, पिछे जो लंघ चुका। सोई सच्चा सच्ची वड़ियाई वाला आप वर्तमान काल विच भी है। सोई सच्चा सच भविष्यत काल विच सदी भी सदा होसी होवेगा। रचना चली जाएगी, पातशाह कहन लगे, पर जिसने रचाई सो नहीं जावेगा। वो सदा है, सदीवी है।
ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਅਨੇਕ ਰੰਗਾਂ ਦੀ ਤਰ੍ਹਾਂ ਤਰ੍ਹਾਂ ਦੀ ਮਾਇਆ ਦਵਾਈ, ਜਿਨਸਾਂ ਪਸ਼ੂ ਪੰਛੀ ਆਦਿਕ ਭੇਦਾਂ ਅਗੇ ਜਿਸਨੇ ਉਪਾਈ। ਘਰ ਘਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਆਪਣਾ ਕੀਤਾ ਹੋਇਆ ਜੋ ਪ੍ਰਪੰਚ ਹੈ, ਇਹਨੂੰ ਰਚ ਕਰਕੇ ਜੈਸੇ ਤਿਸ ਦੀ ਇੱਛਾ ਹੁੰਦੀ ਹੈ ਮੇਰੇ ਵਾਹਿਗੁਰੂ ਦੀ, ਤੈਸੇ ਹੀ ਦੇਖਦਾ ਹੈ, ਪਾਲਣਾ ਕਰਦਾ ਹੈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਜੋ ਤਿਸ ਪਰਮੇਸ਼ਰ ਨੂੰ ਪਾਉਂਦਾ ਹੈ, ਤਿੰਨਾਂ ਕਾਲਾਂ ਵਿੱਚ ਸੋਈ ਹੁੰਦਾ ਹੈ। ਸੋਈ ਹੋਵੇ ਜੇ ਕਰਤੇ ਪਾਵੈ, ਹੋਣਾ ਵੀ ਉਹੀ ਹੈ, ਪਰ ਕਿਸੇ ਸੇ ਹੁਕਮ ਨਹੀਂ ਕਰਿਆ ਜਾਂਦਾ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਸੋ ਸ਼ਾਹੋ ਔਰ ਪਾਤਸ਼ਾਹਾਂ ਦਾ ਪਾਤਸ਼ਾਹ ਮੇਰਾ ਵਾਹਿਗੁਰੂ ਹੈ। ਜਿਸ ਪਰਮੇਸ਼ਰ ਦੀ ਆਗਿਆ ਹੁਕਮ ਦੇ ਵਿੱਚ ਰਹਿਣਾ ਹੀ ਯੋਗ ਤੇ ਉੱਤਮ ਹੈ। ਉਸ ਪਰਮੇਸ਼ਰ ਮੇਰੇ ਸਤਿਗੁਰੂ ਦਾ ਹੁਕਮ ਮੰਨੀਏ, ਗੁਰ ਸ਼ਬਦੀ ਗੁਰਮਤੀਏ ਪੜ੍ਹੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। हे अच्युत हे पार ब्रह्म